Hello students, in this video we will discuss application of Newton's law of motion. First is horse cart problem and second is problem of masses and pulley. So we are going to start first problem, horse cart problem. Suppose that this is horse and this is cart. ਹੁਣ ਦੇਖੋ ਕੀ ਹੋਊਗਾ ਕਿ ਜਦੋਂ ਵੀ ਹਾਰਸ ਇਸ ਕਾਰਟ ਨੂੰ ਪੁੱਲ ਕਰਦਾ ਵਾ ਉਹ ਕੀ ਕਰਦਾ ਵਾ ਆਪਣੇ ਜਿਹੜੇ ਇਸ ਫੁੱਟ ਦੇ ਨਾਲ ਉਹ ਗਰਾਊਂਡ ਨੂੰ ਪੁਸ਼ ਕਰਦਾ। ਸਪੋਜ਼ ਕਰ ਲਓ ਇਸ ਨੇ ਗਰਾਊਂਡ ਦੇ ਉੱਤੇ ਠੀਕ ਹੈ ਇਸ ਸਰਫੇਸ ਦੇ ਉੱਤੇ ਜੋ ਫੋਰਸ ਐਗਜ਼ਰਟ ਕੀਤਾ ਉਹ ਕਿੰਨਾ ਵਾ ਐਫ। ਉਸ ਤੋਂ ਬਾਅਦ ਅਕੋਰਡਿੰਗ ਟੂ ਨਿਊਟਨਸ ਥਰਡ ਲਾ ਇਸ ਸਰਫੇਸ ਨੇ ਕੀ ਕਰਨਾ ਵਾ ਇਸ ਦੇ ਆਪੋਜ਼ਿਟ ਨੋਰਮਲ ਰਿਐਕਸ਼ਨ ਹੋਊਗੀ ਜਿਸ ਨੂੰ ਆਪਾਂ ਆਰ ਦਾ ਨਾਮ ਦਿੰਦੇ ਹਾਂ। ਠੀਕ ਹੈ ਨਿਊਟਨ ਦੇ ਥਰਡ ਲਾ ਦੇ ਅਕੋਰਡਿੰਗ ਕੀ ਹੈ ਕਿ ਜਿੰਨੇ ਫੋਰਸ ਦੇ ਨਾਲ ਜਿਹੜਾ ਹਾਰਸ ਆ ਉਹ ਸਰਫੇਸ ਨੂੰ ਪੁਸ਼ ਕਰਦਾ ਠੀਕ ਆ ਐਫ ਫੋਰਸ ਐਗਜ਼ਰਟ ਕੀਤਾ ਉਨੇ ਹੀ ਫੋਰਸ ਦੇ ਨਾਲ ਜਿਹੜੀ ਨੋਰਮਲ ਰਿਐਕਸ਼ਨ ਆ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਆ ਰਹੂਗੀ। ਉਸ ਤੋਂ ਬਾਅਦ ਦੇਖੋ ਆਪਾਂ ਕੀ ਕਰਨਾ ਇਸ ਨੋਰਮਲ ਰਿਐਕਸ਼ਨ ਨੂੰ ਆਪਾਂ ਕੰਪੋਨੈਂਟ 'ਚ ਰਿਜ਼ੋਲਵ ਕਰਨਾ। ਸਪੋਜ਼ ਦੈਟ ਇਹ ਐਂਗਲ ਥੀਟਾ ਸਰਫੇਸ ਦੇ ਅਲੋਂਗ ਜੋ ਕੰਪੋਨੈਂਟ ਹੋਣਗੇ ਉਹ ਉਸ ਨੂੰ ਆਪਾਂ ਸਪੋਜ਼ ਕਰ ਲਿਆ ਹੌਰੀਜ਼ੋਨਟਲ ਕੰਪੋਨੈਂਟ। ਸੈਕਿੰਡ ਕੰਪੋਨੈਂਟ ਇਸ ਤੋਂ ਪਰਪੈਂਡੀਕੂਲਰ ਹੋਣਗੇ ਉਸ ਨੂੰ ਆਪਾਂ ਵਰਟੀਕਲ ਕੰਪੋਨੈਂਟ ਆਫ ਨੋਰਮਲ ਰਿਐਕਸ਼ਨ ਕਹਾਂਗੇ। ਐਚ ਕੀ ਹੈ ਇੱਥੇ ਹੌਰੀਜ਼ੋਨਟਲ ਕੰਪੋਨੈਂਟ of normal reaction ਤੇ V ਕੀ ਇੱਥੇ vertical component of normal reaction। ਉਸ ਤੋਂ ਬਾਅਦ ਦੇਖੋ ਹੁਣ ਦੇਖੋ ਜਿਹੜੇ ਤਾਂ vertical component ਆ vertical component ਜਿਹੜਾ ਹਾਰਸ ਦਾ weight ਆ ਕਿਸੇ ਵੀ ਬੋਡੀ ਦਾ ਜਿਹੜਾ ਵੇਟ ਆ ਉਹ ਆਲਵੇਜ਼ ਡਾਊਨਵਰਡ ਐਕਟ ਕਰਦਾ ਵਾ ਵੇਟ ਐਮ ਜੀ। ਜੋ ਵਰਟੀਕਲ ਕੰਪੋਨੈਂਟ ਆ ਨੋਰਮਲ ਰਿਐਕਸ਼ਨ ਦੇ ਉਹ ਬੈਲੈਂਸ ਕਰਦੇ ਆ ਹਾਰਸ ਦੇ ਵੇਟ ਨੂੰ। ਵੀ ਬੈਲੈਂਸਿਸ ਦਾ ਵੇਟ ਆਫ ਹਾਰਸ। ਉਸ ਤੋਂ ਬਾਅਦ ਜੋ ਹੌਰੀਜ਼ੋਨਟਲ ਕੰਪੋਨੈਂਟ ਆ ਉਸ ਦੀ ਹੈਲਪ ਦੇ ਨਾਲ ਜੋ ਇਹ ਹਾਰਸ ਆ ਉਹ ਕਾਰਟ ਨੂੰ ਫਾਰਵਰਡ ਡਾਇਰੈਕਸ਼ਨ 'ਚ ਪੁੱਲ ਕਰਦਾ। ਤੋ ਉਸ ਤੋਂ ਬਾਅਦ ਜਦੋਂ ਇਹ ਫਾਰਵਰਡ ਡਾਇਰੈਕਸ਼ਨ 'ਚ ਫੋਰਸ ਲੱਗਦਾ ਪਿਆ ਹੌਰੀਜ਼ੋਨਟਲ ਕੰਪੋਨੈਂਟ ਦੀ ਹੈਲਪ ਦੇ ਨਾਲ ਆ ਜੋ ਰੋਪ ਆ ਜਿਸ ਦੀ ਹੈਲਪ ਦੇ ਨਾਲ ਇਹ ਕਾਰਟ ਨੂੰ ਪੁੱਲ ਕਰਦਾ ਪਿਆ ਉਸ ਦੇ ਵਿੱਚ ਟੈਂਸ਼ਨ ਪ੍ਰੋਡਿਊਸ ਹੁੰਦੀ ਆ ਅਤੇ ਉਸ ਟੈਂਸ਼ਨ ਦੀ ਜਿਹੜੀ ਡਾਇਰੈਕਸ਼ਨ ਆ ਉਹ ਇਸ ਹੌਰੀਜ਼ੋਨਟਲ ਕੰਪੋਨੈਂਟ ਤੋਂ ਆਪੋਜ਼ਿਟ ਹੋਊਗੀ ਇਸ ਤਰ੍ਹਾਂ ਟੈਂਸ਼ਨ ਟੀ। ਠੀਕ ਆ ਹੁਣ ਦੇਖੋ ਇਸ ਹਾਰਸ ਦੇ ਉੱਤੇ ਦੋ ਫੋਰਸ ਲੱਗਦੇ ਪਏ ਆ ਇੱਕ ਫੋਰਸ ਦੀ ਹੈਲਪ ਦੇ ਨਾਲ ਇਸ ਨੋਰਮਲ ਰਿਐਕਸ਼ਨ ਦਾ ਜੋ ਕੰਪੋਨੈਂਟ ਆ ਉਸ ਦੇ ਹੈਲਪ ਦੇ ਨਾਲ ਇਹ ਕਾਰਟ ਨੂੰ ਫਾਰਵਰਡ ਮੂਵ ਕਰਾਉਂਦਾ ਪਿਆ ਅਤੇ ਜੋ ਇਸ ਥ੍ਰੈਡ 'ਚ ਨੋਰਮਲ ਰਿਐਕਸ਼ਨ ਆ ਉਹ ਕੀ ਆ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਆ। ਹੁਣ ਜੋ ਆਪਣੇ ਕੋਲ ਨੈਟ ਜੋ ਆਪਣੇ ਕੋਲ ਇਕੁਏਸ਼ਨ ਆਫ ਮੋਸ਼ਨ ਹੋਊਗੀ ਇਕੁਏਸ਼ਨ ਆਫ ਮੋਸ਼ਨ ਦਾ ਮਤਲਬ ਉਹ ਨੈਟ ਕਿੰਨੇ ਫੋਰਸ ਦੇ ਨਾਲ ਇਸ ਨੂੰ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਂਦਾ ਪਿਆ ਜਾਂ ਕਿੰਨੀ ਐਕਸਲਰੇਸ਼ਨ ਪ੍ਰੋਡਿਊਸ ਹੁੰਦੀ ਆ। ਨਾਓ ਐਕਸਲਰੇਸ਼ਨ ਪ੍ਰੋਡਿਊਸ ਜਿਹੜੀ ਹੋਈ ਹੈ ਐਕਸਲਰੇਸ਼ਨ ਪ੍ਰੋਡਿਊਸ ਮਤਲਬ ਨਾਓ ਐਕਸਲਰੇਸ਼ਨ ਪ੍ਰੋਡਿਊਸ ਬਾਏ ਹਾਰਸ ਕਿੰਨਾ ਹੋਊਗਾ ਦੇਖੋ ਹਾਰਸ ਦਾ ਜਿਹੜਾ ਮਾਸ ਆ ਸਮੋਲ ਐਮ ਮਾਸ ਇਨਟੂ ਐਕਸਲਰੇਸ਼ਨ ਇਕੁਅਲ ਹੋਊਗਾ। ਦੇਖੋ ਵੇਟ ਕਿਹਦਾ ਇਸ ਕੰਪੋਨੈਂਟ ਦੀ ਵੈਲਿਊ ਜ਼ਿਆਦਾ ਅਤੇ ਜਿਹੜੀ ਟੈਂਸ਼ਨ ਉਹ ਘੱਟ ਆ ਕਿਉਂ ਦੇਖੋ ਕਿਉਂਕਿ ਇਹ ਹੌਰੀਜ਼ੋਨਟਲ ਕੰਪੋਨੈਂਟ ਦੀ ਹੈਲਪ ਦੇ ਨਾਲ ਉਹ ਫਾਰਵਰਡ ਮੂਵ ਕਰਦਾ ਪਿਆ। ਠੀਕ ਹੈ ਜੇ ਫਾਰਵਰਡ ਮੂਵ ਕਰਦਾ ਪਿਆ ਐਚ ਹੌਰੀਜ਼ੋਨਟਲ ਕੰਪੋਨੈਂਟ ਮਾਈਨਸ ਟੈਂਸ਼ਨ ਟੀ ਇਕੁਏਸ਼ਨ ਨੰਬਰ 1। ਠੀਕ ਹੈ ਇਹ ਆਪਣੇ ਕੋਲ ਕੀ ਹੈ ਹਾਰਸ ਦੀ ਇਹ ਸੀਗਾ ਮੋਸ਼ਨ ਆਫ ਹਾਰਸ। ਇਕੱਲੇ ਹਾਰਸ ਦੇ ਮੋਸ਼ਨ ਦੀ ਗੱਲ ਕੀਤੀ ਆਪਾਂ ਠੀਕ ਹੈ
ਉਹਦੀ ਇਕੁਏਸ਼ਨ ਆਫ ਮੋਸ਼ਨ ਆ ਬਣ ਗਈ ਮਾਸ ਇਨਟੂ ਐਕਸਲੇਸ਼ਨ, ਮਤਲਬ ਜਿਹੜਾ ਨੈਟ ਫੋਰਸ ਆ ਇਕੁਅਲ ਆ ਗਿਆ ਹੌਰੀਜੋਨਟਲ ਕੰਪੋਨੈਂਟ ਮਾਈਨਸ ਟੈਂਸ਼ਨ। ਹੁਣ ਗੱਲ ਆ ਜਾਂਦੀ ਹੈ ਨੈਕਸਟ ਕਾਟ ਦੀ। ਕਾਟ ਦੇ ਵਿੱਚ ਦੇਖੋ ਕੀ ਆ ਮੋਸ਼ਨ ਆਫ ਕਾਟ। ਮੋਸ਼ਨ ਆਫ ਕਾਟ ਦੇ ਵਿੱਚ ਦੇਖੋ ਕੀ ਆ weight mg ਡਾਊਨਵਰਡ, ਠੀਕ ਹੈ। ਇਹਦਾ weight ਜੋ ਹੋਊਗਾ ਉਹ ਕੀ ਆਪਣੇ ਕੋਲ ਡਾਊਨਵਰਡ। ਇਸ ਤੋਂ ਆਪੋਜ਼ਿਟ ਆ ਜੋ ਨਾਰਮਲ ਰਿਐਕਸ਼ਨ ਆਰ। ਇਸ ਦੇ ਵਿੱਚ ਤਾਂ ਬੈਲੈਂਸ ਹੋ ਗਏ, weight ਨੂੰ ਬੈਲੈਂਸ ਕਰ ਲਿਆ, ਨਾਰਮਲ ਰਿਐਕਸ਼ਨ ਤੇ weight ਬੈਲੈਂਸ ਹੋ ਗਏ ਕਿਉਂਕਿ ਇਕੁਅਲ ਤੇ ਆਪੋਜ਼ਿਟ ਫੋਰਸ ਹੋ ਗਏ। ਉਸ ਤੋਂ ਬਾਅਦ ਸੈਕਿੰਡ ਜੋ ਇਸ ਦੇ ਉੱਪਰ ਫੋਰਸ ਲੱਗਦਾ ਪਿਆ ਉਹ ਹੈਗਾ ਫੋਰਸ ਆਫ ਫ੍ਰਿਕਸ਼ਨ, ਕਿਉਂਕਿ ਜਦੋਂ ਵੀ ਦੋ ਸਰਫੇਸ ਇੱਕ ਦੂਸਰੇ ਦੇ ਉੱਪਰ ਸਲਾਈਡ ਕਰਦੇ ਜਾਂ ਕੋਈ ਬੋਡੀ ਦੂਸਰੀ ਬੋਡੀ 'ਤੇ ਰੋਲ ਕਰਦੀ ਪਈ ਜਿੱਦਾਂ ਇਹ, ਉਹਦੇ 'ਚ ਫੋਰਸ ਆਫ ਫ੍ਰਿਕਸ਼ਨ ਪ੍ਰੋਡਿਊਸ ਹੋਊਗਾ। ਹੁਣ ਜਿਵੇਂ ਇਹ ਮੇਰਾ ਹੈਂਡ ਇਸ ਤਰ੍ਹਾਂ ਇਸ ਡਾਇਰੈਕਸ਼ਨ 'ਚ ਸਲਾਈਡ ਕਰਦਾ ਪਿਆ, ਜਿਹੜਾ ਫੋਰਸ ਆਫ ਫ੍ਰਿਕਸ਼ਨ ਆ ਉਹ ਡਾਊਨਵਰਡ ਲੱਗੂ, ਮਤਲਬ ਉਸ ਤੋਂ ਆਪੋਜ਼ਿਟ ਲੱਗਦਾ। ਮਤਲਬ ਜੇ ਇਹ ਕਾਟ ਫਾਰਵਰਡ ਡਾਇਰੈਕਸ਼ਨ 'ਚ ਮੂਵ ਕਰਦੀ ਪਈ ਆ, ਜੋ ਫੋਰਸ ਆਫ ਫ੍ਰਿਕਸ਼ਨ ਆ ਉਹ ਲੱਗੂਗਾ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ ਮੋਸ਼ਨ ਤੋਂ। ਸਮੋਲ ਐਫ ਕੰਸੀਡਰ ਕਰ ਲਿਆ ਆਪਾਂ ਫੋਰਸ ਆਫ ਫ੍ਰਿਕਸ਼ਨ। ਨੈਕਸਟ ਜੋ ਹੁਣ ਕੀ ਆ ਜਿਹੜੀ ਟੈਂਸ਼ਨ ਉਹ ਇਸ ਰੂਪ ਦੇ ਵਿੱਚ ਉਹ ਹਲੇ ਵੀ ਐਕਟ ਕਰੂਗੀ, ਕਿਉਂਕਿ ਜਦੋਂ ਤੱਕ ਇਹ ਪੁੱਲ ਕਰਦਾ ਪਿਆ ਇਸ ਕਾਟ ਨੂੰ ਟੈਂਸ਼ਨ ਰਹਿਣੀ ਆ। ਹੁਣ ਦੇਖੋ ਜਿਹੜੀ ਟੈਂਸ਼ਨ ਹੋਊਗੀ ਉਸ ਵੇਲੇ ਇਸ ਕਾਟ ਦੀ ਪ੍ਰੋਬਲਮ ਦੇ ਵਿੱਚ ਉਹਦੀ ਜਿਹੜੀ ਡਾਇਰੈਕਸ਼ਨ ਆ ਇਸ ਤੋਂ ਆਪੋਜ਼ਿਟ, ਠੀਕ ਆ ਟੀ। ਹੁਣ ਦੇਖੋ ਕੀ ਹੋਊਗਾ ਆਪਣੇ ਕੋਲ ਜਿਹੜਾ weight ਆ ਮਾਸ ਆ ਕਾਟ ਦਾ ਜਾਂ weight ਆ ਉਹਨੂੰ ਨਾਰਮਲ ਰਿਐਕਸ਼ਨ ਨੇ ਬੈਲੈਂਸ ਕਰ ਲਿਆ। ਇਹਦੀ ਜਿਹੜੀ ਇਕੁਏਸ਼ਨ ਆਫ ਮੋਸ਼ਨ ਹੋਊਗੀ ਉਹ ਕੀ ਬਣ ਜਾਊਗੀ, ਸਪੋਜ਼ ਕਰ ਲਓ ਇਸ ਕਾਟ ਦਾ ਜਿਹੜਾ ਮਾਸ ਸੀ ਉਹ ਕੈਪੀਟਲ ਐਮ ਸਪੋਜ਼ ਕਰ ਲਿਆ ਆਪਾਂ, ਮਾਸ ਇਨਟੂ ਐਕਸਲੇਸ਼ਨ। ਇਸੇ ਤਰ੍ਹਾਂ ਇਸ ਤੇ ਦੇਖੋ ਕੀ ਹੋਊਗਾ ਕਿਹੜੀ ਡਾਇਰੈਕਸ਼ਨ 'ਚ ਮੂਵ ਕਰਦਾ ਪਿਆ ਕਾਟ, ਫਾਰਵਰਡ 'ਤੇ ਨਾ, ਫਾਰਵਰਡ ਦੇ ਵੱਲ ਕਿਹਦੀ ਡਾਇਰੈਕਸ਼ਨ ਆ ਟੈਂਸ਼ਨ ਟੀ ਦੀ। ਇਹਦਾ ਮਤਲਬ ਹੁਣ ਟੀ ਗ੍ਰੇਟਰ ਆ ਉਹਦੇ 'ਚੋਂ ਆਪਾਂ ਫੋਰਸ ਆਫ ਫ੍ਰਿਕਸ਼ਨ ਮਾਈਨਸ ਕਰ ਦਾਂਗੇ। ਅਗਰ ਦੇਖੋ ਮੈਂ ਐਫ ਮਾਈਨਸ ਟੀ ਲਿਖਦਾ ਇਹਦਾ ਮਤਲਬ ਫੋਰਸ ਆਫ ਫ੍ਰਿਕਸ਼ਨ ਜ਼ਿਆਦਾ। ਜੇ ਫੋਰਸ ਆਫ ਫ੍ਰਿਕਸ਼ਨ ਜ਼ਿਆਦਾ ਹੋ ਗਈ ਟੈਂਸ਼ਨ ਦੇ ਨਾਲੋਂ, ਇੱਥੇ ਟੀ ਗ੍ਰੇਟਰ ਆ ਫੋਰਸ ਆਫ ਫ੍ਰਿਕਸ਼ਨ ਦੇ ਨਾਲੋਂ। ਜੇ ਫੋਰਸ ਆਫ ਫ੍ਰਿਕਸ਼ਨ ਗ੍ਰੇਟਰ ਹੁੰਦੀ ਆ ਇਸ ਕਾਟ ਨੇ ਮੂਵ ਨਹੀਂ ਕਰਨਾ, ਠੀਕ ਹੈ। ਜਦੋਂ ਤੱਕ ਟੈਂਸ਼ਨ ਨਹੀਂ ਜ਼ਿਆਦਾ ਹੁੰਦੀ ਫੋਰਸ ਆਫ ਫ੍ਰਿਕਸ਼ਨ ਦੇ ਨਾਲੋਂ, ਠੀਕ ਆ, ਉਸ ਟਾਈਮ ਮੂਵ ਕਰੂਗਾ। ਜੇ ਫੋਰਸ ਆਫ ਫ੍ਰਿਕਸ਼ਨ ਜ਼ਿਆਦਾ ਵਾ ਫਿਰ ਨਹੀਂ ਉਹਨੇ ਮੂਵ ਕਰਨਾ। ਸੈਕਿੰਡ ਇਕੁਏਸ਼ਨ ਆਫ ਮੋਸ਼ਨ ਆਪਣੇ ਕੋਲ ਆ ਬਣ ਗਈ। ਆਪਾਂ ਕੰਬਾਈਨ ਪਤਾ ਕਰਨੀ ਆ ਇਕੁਏਸ਼ਨ ਆਫ ਮੋਸ਼ਨ, ਐਕਸਲੇਸ਼ਨ ਫਾਈਂਡ ਕਰਨੀ ਆ ਦੀ ਹੌਰਸ ਕਾਟ ਪ੍ਰੋਬਲਮ ਦੀ। ਨਾਓ ਹੌਰਸ ਮੋਸ਼ਨ ਆਫ ਹੌਰਸ ਕਾਟ ਕੰਬਾਈਨ ਪਤਾ ਕਰਨ ਲੱਗੇ ਹੁਣ ਆਪਾਂ। ਸਿੰਪਲ ਕੀ ਕਰਨਾ, ਐਡ ਇਕੁਏਸ਼ਨ 1 ਐਂਡ 2 ਕੀ ਬਣ ਜੂਗਾ ਦੇਖੋ, ਦੋਵਾਂ ਨੂੰ ਐਡ ਕਰਾਂਗੇ ਐਮ ਏ ਪਲਸ ਐਮ ਏ ਲੈਫਟ ਹੈਂਡ ਸਾਈਡ। ਹੁਣ ਰਾਈਟ ਹੈਂਡ ਸਾਈਡ ਐਡ ਕਰਦੇ ਹਾਂ ਐਚ ਮਾਈਨਸ ਟੀ ਪਲਸ ਟੀ ਮਾਈਨਸ ਐਫ। ਆ ਕੈਂਸਲ ਹੋ ਗਏ, ਮਾਈਨਸ ਦਾ ਪਲਸ ਦਾ ਇਹ ਕਾਮਨ ਆ ਗਿਆ, ਐਮ ਪਲਸ ਕੈਪੀਟਲ ਐਮ ਇਕੁਅਲ ਟੂ एच माइनस एफ। एक्सलेशन इक्वल टू एच माइनस एफ डिवाइड बाय एम प्लस एम। क्या ए एक्सलेशन प्रोड्यूस इन हॉर्स कार्ड मोशन, ठीक है। हुण नाउ सैकेंड जो अपने को प्रॉब्लम एप्लीकेशन ऑफ न्यूटन सैकेंड ला वो हैगी प्रॉब्लम ऑफ masses and pulley, okay, problem of masses and pulley। ਇਹਦੇ ਵਿੱਚ ਦੇਖੋ ਕਿ ਆਪਣੇ ਕੋਲ ਸਪੋਜ਼ ਕਰ ਲਓ ਆਪਣੇ ਕੋਲ ਇੱਕ ਮਾਸਲੈਸ ਪੁਲੀ ਆ, ਠੀਕ ਆ, ਸਰਕੂਲਰ ਹੁੰਦੀ ਆ ਜਿਹਦੇ ਐਕਸਲ ਦੇ ਰਾਊਂਡ ਉਹ ਘੁੰਮਦੀ ਰਹਿੰਦੀ ਆ। ਮਾਸਲੈਸ ਪੁਲੀ ਆ, ਉਸ ਦੇ ਉੱਪਰ ਆਪਾਂ ਇਨਐਕਸਟੈਂਸੀਬਲ ਸਟਰਿੰਗ ਨੂੰ ਇਸ ਤਰ੍ਹਾਂ ਲਟਕਾਤਾ, ਇਸ ਤਰ੍ਹਾਂ। ਇਨਐਕਸਟੈਂਸੀਬਲ ਦਾ ਮਤਲਬ ਕੀ ਹੈ ਇੱਥੇ ਕਿ ਇਹਦੇ ਜਦੋਂ ਆਪਾਂ ਇਹਦੇ ਨਾਲ ਵੇਟ ਲਟਕਾਵਾਂਗੇ, ਠੀਕ ਆ, ਵੇਟ ਅਟੈਚ ਕਰਨ ਤੋਂ ਬਾਅਦ ਇਹ ਐਕਸਟੈਂਸ਼ਨ ਨਹੀਂ ਪ੍ਰੋਡਿਊਸ ਹੋਊਗੀ ਇਹਦੇ 'ਚ, ਜਿੰਨੀ ਇਹਦੀ ਲੈਂਥ ਆ ਉਹ ਸੇਮ ਹੀ ਰਹੂਗੀ। ਹੁਣ ਦੇਖੋ ਕੀ ਕਰਨਾ ਆਪਾਂ,
ਆਪਾਂ ਇਹਦੇ ਨਾਲ ਦੋਵੇਂ ਸਾਈਡ ਦੇ ਉੱਤੇ ਦੋਵੇਂ ਐਂਡ ਦੇ ਉੱਪਰ ਦੋ weight ਅਟੈਚ ਕਰਤੇ। ਇੱਕ ਦਾ ਜਿਹੜਾ ਮਾਸ ਆ ਕੈਪੀਟਲ M, ਦੂਸਰੇ ਦਾ ਸਮੋਲ m। ਹੁਣ ਦੇਖੋ ਉਸੇ ਤਰ੍ਹਾਂ ਜਿਹੜਾ weight ਆ ਹਮੇਸ਼ਾ ਡਾਊਨਵਰਡ ਹੁੰਦਾ mg, ਇਹਦਾ ਵੀ weight ਡਾਊਨਵਰਡ, ਇਹ ਸਮੋਲ mg ਹੈ। ਉਸ ਤੋਂ ਬਾਅਦ ਨੈਕਸਟ ਜਿਵੇਂ ਆਪਾਂ ਹੌਰਸ ਕਾਰਟ ਪ੍ਰੋਬਲਮ 'ਚ ਗਿਆ ਸੀ ਕਿ ਜੇ ਇਹਦੀ ਹੈਲਪ ਦੇ ਨਾਲ ਇਸ ਹੈਲਪ ਦੇ ਨਾਲ ਆਪਾਂ ਇਸ ਸਟਰਿੰਗ ਦੀ ਹੈਲਪ ਦੇ ਨਾਲ ਆਪਾਂ ਇਸ weight ਨੂੰ ਅਟੈਚ ਕੀਤਾ ਵਾ ਅਤੇ ਇਹਦੇ ਵਿੱਚ ਟੈਂਸ਼ਨ ਪ੍ਰੋਡਿਊਸ ਹੋਊਗੀ। ਇਸ ਟੈਂਸ਼ਨ ਦੀ ਜੋ ਡਾਇਰੈਕਸ਼ਨ ਹੋਊਗੀ ਉਹ weight ਤੋਂ ਆਪੋਜ਼ਿਟ ਹੋਊਗੀ ਟੀ। ਸਿਮਿਲਰਲੀ ਇਸ ਸਾਈਡ weight ਡਾਊਨਵਰਡ ਆ, ਜਿਹੜੀ ਟੈਂਸ਼ਨ ਪ੍ਰੋਡਿਊਸ ਹੋਊਗੀ ਉਹ ਵੀ ਕੀ ਹੋਊਗੀ ਆਪੋਜ਼ਿਟ ਟੀ। ਹੁਣ ਦੇਖੋ ਕੈਪੀਟਲ M ਗ੍ਰੇਟਰ ਆ ਸਮੋਲ m ਦੇ ਨਾਲ, ਠੀਕ ਆ। ਆਹ ਵਾਲਾ weight ਮਾਸ ਜੋ ਆਪਾਂ ਅਟੈਚ ਕੀਤਾ ਉਹਦੀ ਵੈਲਿਊ ਇਹਦੇ ਨਾਲੋਂ ਜ਼ਿਆਦਾ। ਹੁਣ ਦੇਖੋ ਕਿਹੜੀ ਸਾਈਡ ਮੂਵ ਕਰੂ, ਜਿਹੜੀ ਸਾਈਡ weight ਜ਼ਿਆਦਾ, ਇਹਦਾ ਮਤਲਬ ਇਸ ਦੇ ਵਿੱਚ ਜਿਹੜੀ ਐਕਸਲੇਸ਼ਨ ਪ੍ਰੋਡਿਊਸ ਹੋਣੀ ਆ ਉਹਦੀ ਡਾਇਰੈਕਸ਼ਨ ਕੀ ਹੋਊਗੀ ਇਸ ਕੈਪੀਟਲ M ਦੀ ਤਰਫ। ਇਹ ਆਪਾਂ ਫਾਈਂਡ ਕਰਨੀ ਆ ਇਹ ਤੇ ਟੈਂਸ਼ਨ ਦੀ ਵੈਲਿਊ ਇਸ ਦੇ ਵਿੱਚ। ਨਾਓ ਫॉर ਮਾਸ ਕੈਪੀਟਲ M, ਆਪਾਂ ਪਹਿਲਾਂ ਕੈਪੀਟਲ M ਦੇ ਲਈ ਇਕੁਏਸ਼ਨ ਆਫ ਮੋਸ਼ਨ ਫਾਈਂਡ ਕਰ ਲੈਂਦੇ ਹਾਂ। ਕੀ ਸੀ ਦੇਖੋ, ਮਾਸ ਇਨਟੂ ਐਕਸਲੇਸ਼ਨ ਇਕੁਅਲ ਟੂ, ਹੁਣ ਦੇਖੋ ਕਿਹੜੀ ਸਾਈਡ ਮੂਵ ਕਰਦਾ ਪਿਆ ਡਾਊਨਵਰਡ। ਇਹਦਾ ਮਤਲਬ mg ਦੀ ਵੈਲਿਊ ਗ੍ਰੇਟਰ ਆ ਕਿਹਦੇ ਨਾਲੋਂ, ਟੈਂਸ਼ਨ T ਦੇ ਨਾਲੋਂ। T ਮਾਈਨਸ ਕਰਤੀ ਆਪਾਂ, ਇਕੁਏਸ਼ਨ ਨੰਬਰ 1। ਠੀਕ ਹੈ, ਜਿਹੜੀ ਸਾਈਡ ਮੂਵਮੈਂਟ ਹੁੰਦੀ ਪਈ ਆ ਉਸ ਦੀ ਵੈਲਿਊ ਜ਼ਿਆਦਾ ਹੋ, ਮਤਲਬ ਇਹ ਮਾਸ ਦੀ ਵੈਲਿਊ ਜ਼ਿਆਦਾ ਵਾ, weight ਜ਼ਿਆਦਾ ਹੋਊਗਾ ਐਜ਼ ਕੰਪੇਅਰ ਟੂ ਟੈਂਸ਼ਨ ਦੇ। ਠੀਕ ਹੈ, ਟੈਂਸ਼ਨ ਲੈਸ ਹੋਊਗੀ। ਨਾਓ ਫॉर ਮਾਸ ਸਮੋਲ m, ਸਮੋਲ m ਦੇ ਕੇਸ ਦੀ ਅਗਰ ਆਪਾਂ ਗੱਲ ਕਰਦੇ ਹਾਂ, ਦੇਖੋ ਇਸ ਕੇਸ ਦੇ ਵਿੱਚ ਕੀ ਆ, ਜਿਹੜੀ ਪੁਲੀ ਆ ਉਹ ਅਪਵਰਡ ਮੂਵ ਕਰਦੀ ਹੈ ਇਸ ਸਾਈਡ ਤੋਂ। ਆਹ ਮਾਸ ਉੱਪਰ ਮੂਵ ਕਰੂ ਕਿਉਂਕਿ ਜਿਵੇਂ ਜਿਵੇਂ ਨੀਚੇ ਜਾਊਗਾ ਦੇਖੋ ਆਹ ਵਾਲੀ ਸਾਈਡ ਆ ਜਿਹੜੀ ਅਪਵਰਡ ਮੂਵ ਕਰੂ। ਇਹਦਾ ਮਤਲਬ ਹੁਣ ਦੇਖੋ ਜਿਹੜੀ ਸਾਈਡ ਮੂਵ ਕਰਦਾ, ਕਿਹੜੀ ਸਾਈਡ ਮੂਵ ਕਰਦਾ ਪਿਆ, ਇਸ ਸਾਈਡ ਡਾਇਰੈਕਸ਼ਨ ਕਿਹਦੀ ਆ ਟੈਂਸ਼ਨ ਦੀ। ਇਹਦੇ ਵਿੱਚ ਡਾਊਨਵਰਡ ਮੂਵ ਕਰਦਾ ਸੀ, ਡਾਊਨਵਰਡ ਡਾਇਰੈਕਸ਼ਨ ਕਿਹਦੀ ਸੀ weight ਦੀ। ਇਸ ਕਰਕੇ ਆਪਾਂ mg ਚੋਂ T ਮਾਈਨਸ ਕੀਤਾ। ਹੁਣ ਦੇਖੋ ਅਪਵਰਡ ਮੂਵ ਕਰਦਾ ਪਿਆ, ਇਹਦਾ ਮਤਲਬ ਕੀ ਆ T ਗ੍ਰੇਟਰ ਆ ਐਜ਼ ਕੰਪੇਅਰ ਟੂ ਸਮੋਲ mg। ਹੁਣ ਦੇਖੋ ਇਕੁਏਸ਼ਨ ਆਫ ਮੋਸ਼ਨ ਕੀ ਬਣੂ, ਸਮੋਲ ma ਇਕੁਅਲ ਟੂ T ਮਾਈਨਸ ਸਮੋਲ mg, ਇਕੁਏਸ਼ਨ ਨੰਬਰ 2। ਠੀਕ ਹੈ, ਦੋ ਇਕੁਏਸ਼ਨ ਆਫ ਮੋਸ਼ਨ ਬਣ ਗਿਆ। ਉਸ ਤੋਂ ਬਾਅਦ ਉਸੇ ਤਰ੍ਹਾਂ ਸਿੰਪਲ ਐਡ 1 ਐਂਡ 2, ma ਪਲਸ ਸਮੋਲ ma, mg ਮਾਈਨਸ T ਪਲਸ T ਮਾਈਨਸ mg। ਇਹ ਕਾਮਨ m plus small m equal to minus t plus t cancel, mg minus mg, a equal to m minus small m, g common divide by m plus small m। ਠੀਕ ਹੈ, ਇਹ ਆਪਣੇ ਕੋਲ ਐਕਸਲੇਸ਼ਨ ਆ ਗਈ। ਹੁਣ ਆਪਾਂ ਟੈਂਸ਼ਨ ਕੈਲਕੂਲੇਟ ਕਰਨੀ ਆ, ਟੈਂਸ਼ਨ ਇਨ ਸਟਰਿੰਗ। ਸਟਰਿੰਗ 'ਚ ਜੋ ਟੈਂਸ਼ਨ ਹੋਊਗੀ ਉਹ ਕੈਲਕੂਲੇਟ ਕਰਨੀ ਆ। ਸਿੰਪਲ ਆਪਾਂ ਕੀ ਕਰਨਾ, ਆ ਏ ਦੀ ਜੋ ਵੈਲਿਊ ਆ ਇਕੁਏਸ਼ਨ 1 ਜਾਂ 2 'ਚ ਪੁੱਟ ਕਰ ਦੇਣੀ ਆ। ਪੁਟਿੰਗ ਵੈਲਿਊ ਆਫ ਏ ਇਨ ਇਕੁਏਸ਼ਨ 1, ਕੈਪੀਟਲ M, ਏ ਦੀ ਵੈਲਿਊ ਦੇਖੋ ਕਿੰਨੀ ਆ, ਇਸ 'ਚ ਪੁੱਟ ਕਰਨ ਲੱਗੇ ਆਪਾਂ m ਮਾਈਨਸ m ਇੰਟੂ g ਡਿਵਾਈਡ ਬਾਏ m ਪਲਸ m ਇਕੁਅਲ ਟੂ mg ਮਾਈਨਸ t, ਕ੍ਰੋਸ ਮਲਟੀਪਲਾਈ m ਇੰਟੂ m ਮਾਈਨਸ ਸਮੋਲ m ਇੰਟੂ g, m ਪਲਸ m ਕ੍ਰੋਸ ਮਲਟੀਪਲਾਈ ਕਰਨ ਲੱਗੇ ਆਪਾਂ mg ਮਾਈਨਸ t, m ਸਕੇਅਰ
माइनस mm इंटू जी इक्वल टू ये बन गया अपने को m इंटू एम स्केयर माइनस m इंटू स्मॉल m इंटू जी इक्वल टू m इंटू एम जी मतलब m स्केयर जी m इंटू टी माइनस एम टी प्लस स्मॉल m इंटू जी प्लस माइनस माइनस m इंटू टी स्मॉल m टी ये भी ब्रैकेट ओपन कर लांगे एम स्केयर जी माइनस एम जी एम स्केयर जी माइनस एम टी प्लस एम जी माइनस एम टी आ देखो कैंसल हो जाएंगे आ माइनस इस साइड जाके प्लस आ माइनस एम टी एक साइड इकट्ठे कर लेने आप आ वाले एम टी दोवें माइनस आ इस साइड आके एम टी प्लस एम जी आ माइनस दूसरी साइड जाके प्लस दे एम जी टी कॉमन कैपिटल M प्लस स्मॉल m इक्वल टू 2 जी टी इक्वल टू 2 जी डिवाइड बाय m प्लस स्मॉल m ये वैल्यू आ गई अपने को टेंशन टी दी इसे अपने को मास एंड पूरी प्रॉब्लम थैंक्स।